परम सत्कारयोग गुरु रूप गुरु प्यारी गुरु खालसा साध संगत जी। आओ सब तो पहला शहीद पिता दे पुत्र शहीद पुत्रां दे पिता सरबंस दानी साहिबे कमाल धन गुरु गोबिंद सिंह महाराज जियां वल्लों बख्शिश कीती हुई फतेह बुलाइए। कोई भी रसना वांझी नारे सारी संगत गज के आखो जी वाहिगुरु जी का खालसा वाहिगुरु जी की फतेह। सतगुरु जियां ने अपार रहमत कीती है, अपार बख्शिश कीती है, जो कि सानू कलयुग के भयानक समय अंदर सतगुरु जियां ने सतसंग दियां वडमुलियां घड़ियां बख्शिश कीतियां हन। जिवें कि आप जी नू पता ही है, धन श्री गुरु ग्रंथ साहिब महाराज जियां दी अपार रहमत सदका अपार किरपा सदका शहीदां दे सरताज शांति दे पुंज सतगुरु पंजवें गुरु नानक धन धन साहिब श्री गुरु अर्जन देव महाराज जियां वल्लों उचारण कीती हुई बाणी श्री सुखमनी साहिब जियां दी आपां लड़ीवार कथा विचार करते आ रहे हाँ। कल आप जियां ने 16 अष्टपदियां तक बाणी दी विचार सरवण कीती है। आओ अज 17वीं अष्टपदी दी विचार आरंभ होण लगी है। सतगुरु जियां ने इस अष्टपदी अंदर सानू की उपदेश बख्शिया है, साडे ते की रहमत कर रहे हन। आओ सरवण करिए। सलोक आद सच जुगाद सच है भी सच नानक होसी भे सच। धन श्री गुरु अर्जन देव महाराज अज 17वीं अष्टपदी दे श्लोक अंदर सानू समझा रहे ने आद सच। ਉਹ ਅਕਾਲ ਪੁਰਖ ਵਾਹਿਗੁਰੂ ਜੀ ਸਦਾ ਥਿਰ ਰਹਿਣ ਵਾਲਾ ਆਦ ਤੋਂ ਹੀ ਸੱਚਾ ਹੈ। ਪਰਮਾਤਮਾ ਮੁੱਢ ਤੋਂ ਹੀ ਹੋਂਦ ਵਾਲਾ ਹੈ। ਜੁਗਾਦ ਸੱਚ, ਜੁਗਾਦ ਤੋਂ ਭਾਵ ਹੈ ਜੁਗਾਂ ਤੋਂ ਹੀ। ਜੁਗਾਂ ਦੀ ਸ਼ੁਰੂਆਤ ਦੁਆਪਰ ਯੁਗ ਤ੍ਰੇਤਾ ਯੁਗ ਸਤ ਯੁਗ ਇਸੇ ਤਰ੍ਹਾਂ ਮਹਾਰਾਜ ਕਹਿੰਦੇ ਜੁਗਾਂ ਦੇ ਆਰੰਭ ਤੋਂ ਹੀ ਉਹ ਮੌਜੂਦ ਹੈ ਭੇ ਸੱਚ। ਤੇ ਉਹ ਅੱਜ ਵੀ ਮੌਜੂਦ ਹੈ। ਕਲਯੁਗ ਦੇ ਸਮੇਂ ਅੰਦਰ ਵੀ ਉਹ ਪਰਮਾਤਮਾ ਵਾਹਿਗੁਰੂ ਜੀ ਮੌਜੂਦ ਹੈ, ਸੱਚਾ ਹੈ। ਨਾਨਕ ਹੋਸੀ ਵੀ ਸੱਚ। ਤੇ ਅਗਾਂਹ ਨੂੰ ਵੀ ਮਹਾਰਾਜ ਕਹਿੰਦੇ ਉਹੀ ਸੱਚਾ ਰਹੇਗਾ, ਪਰਮਾਤਮਾ ਦਾ ਨਾਮ ਹੀ ਸੱਚਾ ਰਹੇਗਾ। ਪਰਮਾਤਮਾ ਵਾਹਿਗੁਰੂ ਜੀ ਸਦਾ ਕਾਇਮ ਰਹਿਣ ਵਾਲੇ ਹਨ। ਜਿੰਨੀਆਂ ਚੀਜ਼ਾਂ ਅਸੀਂ ਇਹਨਾਂ ਆਪਣੀਆਂ ਅੱਖਾਂ ਦੇ ਨਾਲ ਦੇਖ ਰਹੇ ਹਾਂ, ਇਹ ਅੱਜ ਦੇਖ ਰਹੇ ਹਾਂ, ਕੱਲ੍ਹ ਨੂੰ ਪਤਾ ਨਹੀਂ ਇਹਨਾਂ ਨੇ ਹੋਣਾ ਜਾਂ ਨਹੀਂ ਹੋਣਾ। ਪਰ ਉਹ ਅਕਾਲ ਪੁਰਖ ਵਾਹਿਗੁਰੂ ਜੀ ਅੱਜ ਵੀ ਹੈ, ਪਹਿਲਾਂ ਵੀ ਸੀ ਤੇ ਅਗਾਂਹ ਵੀ ਰਹੇਗਾ। ਕਿਉਂਕਿ ਇਹ ਸਾਰੀ ਕੁਦਰਤ ਉਹ ਅਕਾਲ ਪੁਰਖ ਵਾਹਿਗੁਰੂ ਜੀ ਦੀ ਸਾਜੀ ਹੋਈ ਹੈ। ਪਰਮਾਤਮਾ ਵਾਹਿਗੁਰੂ ਜੀ ਜਦੋਂ ਕੁਦਰਤ ਵੀ ਨਹੀਂ ਸੀ, ਜਦੋਂ ਆ ਕੁਦਰਤ ਦਾ ਜਗਤ ਦਾ ਪਸਾਰਾ ਬ੍ਰਹਿਮੰਡ ਕੁਝ ਵੀ ਨਹੀਂ ਸੀ, ਪਰਮਾਤਮਾ ਵਾਹਿਗੁਰੂ ਮਹਾਰਾਜ ਕਹਿੰਦੇ ਆਦ ਤੋਂ ਹੀ ਹੈ। ਤੇ ਉਹ ਪਹਿਲਾਂ ਵੀ ਸੀ, ਅੱਜ ਵੀ ਹੈ, ਅਗਾਂਹ ਨੂੰ ਵੀ ਰਹੇਗਾ। ਪਰਮਾਤਮਾ ਵਾਹਿਗੁਰੂ ਜੀ ਸੱਚਾ ਹੈ। ਅੱਜ ਦਾ ਇਨਸਾਨ ਕਈ ਵਾਰ ਭੁਲੇਖਾ ਖਾ ਜਾਂਦਾ, ਆਪਣੇ ਸਰੀਰ ਨੂੰ ਸੱਚਾ ਸਮਝਦਾ ਵੀ ਮੇਰੇ ਸਰੀਰ ਨੇ ਸਦਾ ਰਹਿਣਾ। ਪਰ ਮਹਾਰਾਜ ਕਹਿੰਦੇ ਮਨਾ ਆਪਣੇ ਸਰੀਰ ਨੂੰ ਹਮੇਸ਼ਾ ਸਮਝਾ, ਇਹ ਸਰੀਰ ਝੂਠਾ ਹੈ। ਇਹ ਕਾਇਆ ਨੇ ਇੱਕ ਨਾ ਇੱਕ ਦਿਨ ਖਤਮ ਹੋ ਜਾਣਾ ਹੈ। ਸੰਗ ਚਲਤ ਹੈ ਹਮ ਭੇ ਚਲਣਾ ਦੂਰ ਗਗਨ ਸਿਰ ਉਪਰ ਮਰਨਾ। ਕਿਆ ਤੂੰ ਸੋਇਆ ਜਾਗ ਇਆਨਾ ਤੈਂ ਜੀਵਨ ਜਗ ਸੱਚ ਕਰ ਜਾਨਾ। ਤੈਂ ਆਪਣੇ ਜੀਵਨ ਨੂੰ ਸੱਚਾ ਕਰਕੇ ਮੰਨ ਲਿਆ, ਇਹ ਜੀਵਨ ਤੇਰਾ ਸੱਚਾ ਨਹੀਂ। ਬੱਚੇ ਦਾ ਸਰੀਰ ਕਿੰਨਾ ਛੋਟਾ ਜਿਹਾ ਹੁੰਦਾ ਹੈ, ਪਰ ਹਰ ਇੱਕ ਦਿਨ ਉਹਦਾ ਸਰੀਰ ਪਰਿਵਰਤਨਸ਼ੀਲ ਹੈ, ਬਦਲ ਰਿਹਾ ਹੈ। ਬਚਪਨ ਤੋਂ ਜਵਾਨੀ ਆਉਂਦੀ ਹੈ, ਜਵਾਨੀ ਵਿੱਚ ਵਾਲ ਚਿੱਟੇ ਆ ਜਾਂਦੇ ਹੈ,
ਵਾਹਿਗੁਰੂ ਜੀ ਜਵਾਨੀ ਵਿੱਚ ਵਾਲ ਕਾਲੇ ਹੁੰਦੇ ਐ ਤੇ ਜਵਾਨੀ ਤੋਂ ਬਾਅਦ ਵਡੇਪਾ ਆ ਜਾਂਦਾ, ਵਡੇਪੇ ਵਿੱਚ ਉਹੀ ਕਾਲੇ ਵਾਲ ਚਿੱਟੇ ਹੋ ਜਾਂਦੇ ਐ। ਛੋਟੇ ਜਿਹੇ ਬੱਚੇ ਤੋਂ ਅੱਜ ਇਹ ਵਡੇਪੇ ਵਿੱਚ ਆ ਗਿਆ, ਵਾਲ ਇਹਦੇ ਚਿੱਟੇ ਆ ਗਏ, ਸਿਰ ਦੇ ਵਾਲ ਵੀ ਚਿੱਟੇ ਹੋ ਗਏ ਤੇ ਦਾੜੀ ਦੇ ਵਾਲ ਵੀ ਚਿੱਟੇ ਹੋ ਗਏ। ਸਰੀਰ ਪਰਿਵਰਤਨਸ਼ੀਲ ਹੈ, ਇਹ ਖਤਮ ਹੋਣ ਵਾਲਾ ਹੈ, ਪਰ ਪਰਮਾਤਮਾ ਵਾਹਿਗੁਰੂ ਜੀ ਸੱਚੇ ਹਨ, ਉਹਨਾਂ ਨੇ ਕਦੇ ਨਹੀਂ ਖਤਮ ਹੋਣਾ। ਤੇ ਜਿਹੜਾ ਵੀ ਇਨਸਾਨ ਪਰਮਾਤਮਾ ਵਾਹਿਗੁਰੂ ਜੀ ਦੇ ਚਰਨਾਂ ਨਾਲ ਜੁੜ ਗਿਆ, ਮਹਾਰਾਜ ਕਹਿੰਦੇ ਉਹ ਵੀ ਅਮਰ ਹੋ ਜਾਂਦਾ, ਉਹਦੀ ਵੀ ਹੋਂਦ ਇਹ ਸੰਸਾਰ ਅੰਦਰ ਸਦਾ ਹੀ ਰਹਿੰਦੀ ਹੈ। ਭਗਤ ਪੀਪਾ ਜੀ ਪਰਮਾਤਮਾ ਨਾਲ ਜੁੜੇ, ਭਗਤ ਸਦਨਾ ਜੀ ਪਰਮਾਤਮਾ ਨਾਲ ਜੁੜੇ, ਭਗਤ ਨਾਮਦੇਵ ਜੀ, ਭਗਤ ਤਰਲੋਚਨ ਜੀ ਉਸ ਅਕਾਲ ਪੁਰਖ ਵਾਹਿਗੁਰੂ ਜੀ ਨਾਲ ਜੁੜੇ ਤੇ ਸਦਾ ਵਾਸਤੇ ਅਮਰ ਹੋ ਗਏ, ਕਿਉਂਕਿ ਪਰਮਾਤਮਾ ਦਾ ਨਾਮ ਸਦਾ ਥਿਰ ਰਹਿਣ ਵਾਲਾ ਹੈ। ਤੇ ਜਿਹੜਾ ਵੀ ਵਾਹਿਗੁਰੂ ਜੀ ਦੇ ਨਾਮ ਨਾਲ ਜੁੜੇਗਾ, ਪਰਮਾਤਮਾ ਵਾਹਿਗੁਰੂ ਜੀ ਦਾ ਨਾਮ ਉਹਨੂੰ ਵੀ ਸਦਾ ਹੀ ਕਾਇਮ ਰੱਖ ਦੇਗਾ। ਤੇ ਮਨਾ ਪਰਮਾਤਮਾ ਵਾਹਿਗੁਰੂ ਜੀ ਅਟਲ ਹੈ, ਪਰਮਾਤਮਾ ਦੀ ਹਸਤੀ ਨੂੰ ਕੋਈ ਖਤਮ ਨਹੀਂ ਕਰ ਸਕਦਾ। ਅਸ਼ਟਪਦੀ ਚਰਨ ਸਤ ਸਤ ਪਰਸਨ ਹਾਰ, ਪੂਜਾ ਸਤ ਸਤ ਸੇਵਦਾਰ। ਚਰਨ ਸਤ ਸਤ ਪਰਸਨ ਹਾਰ, ਪ੍ਰਭੂ ਦੇ ਚਰਨ ਸਦਾ ਥਿਰ ਰਹਿਣ ਵਾਲੇ ਹਨ। ਚਰਨਾਂ ਨੂੰ ਛੋਹਣ ਵਾਲੇ ਸੇਵਕ ਵੀ ਅਟਲ ਹੋ ਜਾਂਦੇ ਹਨ। ਚਰਨ ਸਤ, ਸਤ ਤੋਂ ਭਾਵ ਹੈ ਸਦਾ ਥਿਰ ਰਹਿਣ ਵਾਲੇ, ਭਾਵ ਅਟਲ। ਪਰਸਨਹਾਰ ਤੋਂ ਭਾਵ ਹੈ ਚਰਨਾਂ ਨੂੰ ਛੋਹਣ ਵਾਲੇ। ਪਰਮਾਤਮਾ ਦੇ ਚਰਨ ਅਟਲ ਹਨ ਤੇ ਵਾਹਿਗੁਰੂ ਜੀ ਦੇ ਚਰਨਾਂ ਨੂੰ ਛੋਹਣ ਵਾਲੇ ਸੇਵਕ ਵੀ ਮਹਾਰਾਜ ਕਹਿੰਦੇ ਸਦਾ ਥਿਰ ਰਹਿਣ ਵਾਲੇ ਬਣ ਜਾਂਦੇ ਹਨ। ਪੂਜਾ ਸਤ ਸਤ ਸੇਵਦਾਰ, ਸੇਵਦਾਰ ਤੋਂ ਭਾਵ ਹੈ ਸੇਵਾ ਕਰਨ ਵਾਲੇ, ਪੂਜਾ ਕਰਨ ਵਾਲੇ। ਪਰਮਾਤਮਾ ਦੀ ਪੂਜਾ ਇੱਕ ਸਦਾ ਨਿਭਣ ਵਾਲਾ ਕੰਮ ਹੈ, ਸੋ ਪੂਜਾ ਕਰਨ ਵਾਲੇ ਸਦਾ ਲਈ ਅਟਲ ਹੋ ਜਾਂਦੇ ਹਨ। ਦਰਸ਼ਨ ਸਤ ਸਤ ਪੇਖਣ ਹਾਰ, ਨਾਮ ਸਤ ਸਤ ਧਿਆਵਨ ਹਾਰ। ਦਰਸ਼ਨ ਸਤ ਸਤ ਪੇਖਣ ਹਾਰ, ਪੇਖਣ ਹਾਰ ਤੋਂ ਭਾਵ ਹੈ ਵੇਖਣ ਵਾਲੇ। ਪਰਮਾਤਮਾ ਦਾ ਦੀਦਾਰ ਸਤ ਕਰਮ ਹੈ, ਦੀਦਾਰ ਕਰਨ ਵਾਲੇ ਵੀ ਜਨਮ ਮਰਨ ਤੋਂ ਰਹਿਤ ਹੋ ਜਾਂਦੇ ਹਨ। ਨਾਮ ਸਤ ਸਤ ਧਿਆਵਨ ਹਾਰ, ਪਰਮਾਤਮਾ ਦਾ ਨਾਮ ਸਦਾ ਅਟਲ ਹੈ, ਸਿਮਰਨ ਵਾਲੇ ਵੀ ਸਦਾ ਅਟਲ ਹੋ ਜਾਂਦੇ ਹਨ। ਧਿਆਵਨ ਹਾਰ ਤੋਂ ਭਾਵ ਹੈ ਜਿਹੜੇ ਵਾਹਿਗੁਰੂ ਜੀ ਨੂੰ ਧਿਆਉਂਦੇ ਹਨ, ਜਿਹੜੇ ਸਿਮਰਨ ਕਰਦੇ ਹਨ, ਉਹ ਵੀ ਸੱਚੇ ਬਣ ਜਾਂਦੇ ਹਨ। ਆਪ ਸਤ ਸਤ ਸਭ ਧਾਰੀ, ਆਪੇ ਗੁਣਕਾਰੀ। ਆਪ ਸਤ, ਪਰਮਾਤਮਾ ਆਪ ਸਦਾ ਹੋਂਦ ਵਾਲਾ ਹੈ, ਸੱਚਾ ਹੈ। ਸਤ ਸਭ ਧਾਰੀ, ਉਸ ਦੀ ਟਿਕਾਈ ਹੋਈ ਰਚਨਾ ਵੀ ਹੋਂਦ ਵਾਲੀ ਹੈ। ਆਪੇ ਗੁਣਕਾਰੀ, ਪਰਮਾਤਮਾ ਆਪ ਗੁਣ ਰੂਪ ਹੈ। ਆਪੇ ਗੁਣਕਾਰੀ ਤੋਂ ਭਾਵ ਹੈ ਆਪ ਹੀ ਗੁਣ ਪੈਦਾ ਕਰਨ ਵਾਲਾ ਹੈ। ਸ਼ਬਦ ਸਤ ਸਤ ਪ੍ਰਭ ਬਖਤਾ, ਸੁਰਤ ਸਤ ਸਤ ਜਸ ਸੁਨਤਾ। ਸ਼ਬਦ ਸਤ ਸਤ ਪ੍ਰਭ ਬਖਤਾ, ਬਖਤਾ ਤੋਂ ਭਾਵ ਹੈ ਉਚਾਰਨ ਵਾਲਾ, ਭਾਵ ਬੋਲਣ ਵਾਲਾ। ਪਰਮਾਤਮਾ ਦੀ ਸਿਫਤ ਸਲਾਹ ਦਾ ਸ਼ਬਦ ਸਦਾ ਕਾਇਮ ਰਹਿਣ ਵਾਲਾ ਹੈ। ਸ਼ਬਦ ਸਤ ਸਤ ਪ੍ਰਭ ਬਖਤਾ, ਸ਼ਬਦ ਨੂੰ ਉਚਾਰਨ ਵਾਲਾ ਵੀ ਸਦਾ ਥਿਰ ਕਾਇਮ ਰਹਿਣ ਵਾਲਾ ਬਣ ਜਾਂਦਾ ਹੈ। ਸੁਰਤ ਸਤ ਸਤ ਜਸ ਸੁਨਤਾ, ਪਰਮਾਤਮਾ ਵਾਹਿਗੁਰੂ ਵਿੱਚ ਸੁਰਤ ਜੋੜਨੀ ਸਤ ਕਰਮ ਹੈ, ਚੰਗਾ ਕਰਮ ਹੈ, ਸੱਚਾ ਕਰਮ ਹੈ। ਪ੍ਰਭੂ ਦਾ ਜਸ ਸੁਣਨ ਵਾਲਾ ਵੀ ਮਹਾਰਾਜ ਕਹਿੰਦੇ ਸੱਚਾ ਬਣ ਜਾਂਦਾ ਹੈ। ਬੂਝਨ ਹਾਰ ਕੋ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ। ਬੂਝਨ ਹਾਰ ਕੋ ਸਤ ਪ੍ਰਭ ਸੋਏ,
ਬੂਝਣ ਹਾਰ ਕੋ ਸਤ ਸਭ ਹੋਏ। ਪ੍ਰਭੂ ਦੀ ਹੋਂਦ ਸਮਝਣ ਵਾਲੇ ਨੂੰ ਉਸ ਦਾ ਰਚਿਆ ਜਗਤ ਭੀ ਹਸਤੀ ਵਾਲਾ ਦਿਸਦਾ ਹੈ। ਭਾਵ ਮਿਥਿਆ ਨਹੀਂ ਭਾਵਦਾ। ਨਾਨਕ ਸਤ ਸਤ ਪ੍ਰਭ ਸੋਏ। ਪਰਮਾਤਮਾ ਆਪ ਸਦਾ ਹੀ ਥਿਰ ਰਹਿਣ ਵਾਲਾ ਹੈ। ਪਰਮਾਤਮਾ ਸੱਚਾ ਹੈ। ਸਤ ਸਰੂਪ ਹਿਰਦੈ ਜਿਨ ਮਾਨਿਆ, ਕਰਨ ਕਰਾਵਨ ਤਿਨ ਮੂਲ ਪਛਾਨਿਆ। ਸਤ ਸਰੂਪ, ਸਤ ਸਰੂਪ ਤੋਂ ਭਾਵ ਹੈ ਸਦਾ ਥਿਰ ਰਹਿਣ ਵਾਲੇ ਪਰਮਾਤਮਾ ਦੀ ਮੂਰਤ। ਪਰਮਾਤਮਾ ਦੀ ਮੂਰਤ ਹਿਰਦੈ ਜਿਨ ਮਾਨਿਆ, ਜਿਸ ਮਨੁੱਖ ਨੇ ਅਟਲ ਪ੍ਰਭੂ ਦੀ ਮੂਰਤ ਨੂੰ ਸਦਾ ਮਨ ਵਿੱਚ ਟਿਕਾਇਆ ਹੈ। ਕਰਨ ਕਰਾਵਨ ਤਿੰਨ ਮੂਲ ਪਛਾਨਿਆ, ਮੂਲ ਤੋਂ ਭਾਵ ਹੈ ਮੁੱਢ। ਉਸ ਨੇ ਸਭ ਕੁਝ ਕਰਨ ਵਾਲੇ ਤੇ ਜੀਵਾਂ ਪਾਸੋਂ ਕਰਾਉਣ ਵਾਲੇ ਜਗਤ ਦੇ ਮੂਲ ਨੂੰ ਪਛਾਣ ਲਿਆ ਹੈ। ਕਰਨ ਕਰਾਵਨ ਤਿੰਨ ਮੂਲ ਪਛਾਨਿਆ, ਜਿਹੜਾ ਵਾਹਿਗੁਰੂ ਜੀ ਦੀ ਮੂਰਤ ਨੂੰ ਆਪਣੇ ਹਿਰਦੇ 'ਚ ਹਮੇਸ਼ਾ ਹੀ ਟਿਕਾ ਕੇ ਰੱਖਦਾ ਹੈ। ਭਾਵ ਵਾਹਿਗੁਰੂ ਜੀ ਨੂੰ ਹਰ ਸਮੇਂ ਯਾਦ ਰੱਖਦਾ ਹੈ। ਪਰਮਾਤਮਾ ਵਾਹਿਗੁਰੂ ਜੀ ਦਾ ਧਿਆਨ ਧਰਦਾ ਹੈ। ਮਹਾਰਾਜ ਕਹਿੰਦੇ ਕਰਨ ਕਰਾਵਨ ਤਿੰਨ ਮੂਲ ਪਛਾਨਿਆ, ਉਹ ਸਭ ਕੁਝ ਕਰਨ ਵਾਲੇ ਪਰਮਾਤਮਾ ਨੂੰ ਪਛਾਣ ਲੈਂਦਾ ਹੈ। ਜਾ ਕੈ ਹਿਰਦੈ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਜਾ ਕੈ ਹਿਰਦੈ ਵਿਸ਼ਵਾਸ ਪ੍ਰਭ ਆਇਆ, ਵਿਸ਼ਵਾਸ ਤੋਂ ਭਾਵ ਹੈ ਸ਼ਰਧਾ। ਜਿਸ ਮਨੁੱਖ ਦੇ ਹਿਰਦੇ ਵਿੱਚ ਪ੍ਰਭੂ ਦੀ ਹਸਤੀ ਦਾ ਯਕੀਨ ਵੱਜ ਗਿਆ ਵੀ ਪਰਮਾਤਮਾ ਹੈ, ਅੱਜ ਸਾਡੇ ਮਨ ਵਿੱਚ ਕਿਤੇ ਨਾ ਕਿਤੇ ਇਹ ਆ ਜਾਂਦਾ ਵੀ ਰੱਬ ਵੀ ਹੈ, ਪਰਮਾਤਮਾ ਹੈ। ਮਹਾਰਾਜ ਕਹਿੰਦੇ ਵਾਹਿਗੁਰੂ ਜੀ ਪਰਮਾਤਮਾ ਤਾਂ ਹੈ, ਪਰ ਤੇਰੀਆਂ ਦੇਖਣ ਵਾਲੀਆਂ ਅੱਖਾਂ ਨਹੀਂ। ਉਹ ਦੇਖਣ ਵਾਲੀਆਂ ਅੱਖਾਂ ਕਿੱਥੋਂ ਮਿਲਣੀਆਂ ਸੀ? ਉਹ ਜਦੋਂ ਅਸੀਂ ਸਤਿਗੁਰੂ ਜੀਆਂ ਦੇ ਚਰਨਾਂ ਵਿੱਚ ਆਣਾ ਸੀ, ਮਹਾਰਾਜ ਨੇ ਸਾਨੂੰ ਨਾਮ ਦੀ ਦਾਤ ਦੇਣੀ ਸੀ। ਜਿਵੇਂ ਜਿਵੇਂ ਅਸੀਂ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਦੀ ਕਮਾਈ ਕਰਦੇ ਜਾਂਦੇ, ਤਾਂ ਸਾਨੂੰ ਪਰਮਾਤਮਾ ਵਾਹਿਗੁਰੂ ਜੀ ਨੇ ਪਹਿਲਾਂ ਸਾਡੇ ਅੰਦਰ ਬੈਠਾ ਹੀ ਦਿਖਾਈ ਦੇਣਾ ਸੀ, ਤੇ ਫਿਰ ਪੂਰੇ ਬ੍ਰਹਿਮੰਡ ਵਿੱਚ ਸਾਨੂੰ ਪਰਮਾਤਮਾ ਹੀ ਨਜ਼ਰ ਆਉਣਾ ਸੀ, ਜਿੱਧਰ ਵੀ ਅਸੀਂ ਦੇਖਦੇ। ਮਹਾਰਾਜ ਕਹਿੰਦੇ ਪਰ ਮਨਮੁਖ ਜੀਵ ਦਾ ਇਹ ਹਾਲਾਤ ਹੈ ਵੀ ਇਹਦੇ ਮਨ ਵਿੱਚ ਕਿਤੇ ਡਾਊਟ ਹੈ, ਕਿਤੇ ਵਿਸ਼ਵਾਸ ਨਹੀਂ ਵੱਜਦਾ ਵੀ ਪਰਮਾਤਮਾ ਵੀ ਹੈ। ਪਰ ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਦਸਤਗੀਰ ਨੂੰ ਮਿਲਦੇ ਐ, ਦਸਤਗੀਰ ਨੇ ਆਖਿਆ ਸੀ ਮਹਾਰਾਜ ਪਰਮਾਤਮਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ ਦਸਤਗੀਰ ਇਹਦੇ ਵਿੱਚ ਕੋਈ ਸ਼ੱਕ ਹੈ? ਪਰਮਾਤਮਾ ਵਾਹਿਗੁਰੂ ਜੀ ਹਰ ਜਗ੍ਹਾ ਮੌਜੂਦ ਹੈ। ਕਹਿਣ ਲੱਗਾ ਮਹਾਰਾਜ ਜੇ ਪਰਮਾਤਮਾ ਹੈ ਤਾਂ ਦਿਖਦਾ ਕਿਉਂ ਨਹੀਂ? ਸਤਿਗੁਰੂ ਜੀ ਕਹਿਣ ਲੱਗੇ ਦਸਤਗੀਰ ਇਹਦਾ ਜਵਾਬ ਤੈਨੂੰ ਲੈਣ ਵਾਸਤੇ ਇੱਕ ਦੁੱਧ ਦਾ ਕਟੋਰਾ ਲੈ ਕੇ ਆਣਾ ਪਏਗਾ। ਦਸਤਗੀਰ ਨੇ ਆਪਣੇ ਸੇਵਕਾਂ ਦੇ ਪਾਸੋਂ ਇੱਕ ਦੁੱਧ ਦੀ ਬਾਲਟੀ ਮੰਗਵਾਈ। ਮਹਾਰਾਜ ਨੂੰ ਕਹਿਣ ਲੱਗਾ ਸਤਿਗੁਰੂ ਜੀ ਦੁੱਧ ਦੇ ਕਟੋਰੇ ਦੀ ਕੀ ਗੱਲ ਹੈ? ਆਪ ਜੀ ਦੁੱਧ ਦੀ ਬਾਲਟੀ ਛਕੋ, ਪਰ ਮੈਨੂੰ ਇਹ ਸਮਝਾ ਦਿਓ ਵੀ ਪਰਮਾਤਮਾ ਹੈ, ਦਿਖਦਾ ਕਿਉਂ ਨਹੀਂ? ਧੰਨ ਗੁਰੂ ਨਾਨਕ ਦੇਵ ਮਹਾਰਾਜ ਦੁੱਧ ਦੀ ਬਾਲਟੀ ਵੱਲ ਦੇਖ ਕੇ ਮੁਸਕਰਾ ਕੇ ਕਹਿਣ ਲੱਗੇ ਦਸਤਗੀਰ ਇਹ ਦੁੱਧ ਦੀ ਬਾਲਟੀ ਵੱਲ ਨਜ਼ਰ ਮਾਰ, ਮੈਨੂੰ ਇਹ ਦੁੱਧ ਵਿੱਚ ਕੁਝ ਦਿਖਾਈ ਦੇ ਰਿਹਾ ਹੈ, ਇਹ ਦੁੱਧ ਵਿੱਚ ਕੁਝ ਮਿਲਿਆ ਹੋਇਆ ਹੈ। ਦਸਤਗੀਰ ਕਹਿਣ ਲੱਗਾ ਸਤਿਗੁਰੂ ਜੀ ਇਹ ਦੁੱਧ ਵਿੱਚ ਕੁਝ ਨਹੀਂ ਮਿਲਿਆ, ਇਹ ਦੁੱਧ ਬਿਲਕੁਲ ਸ਼ੁੱਧ ਹੈ। ਮੈਨੂੰ ਆਪਣੇ ਸੇਵਕਾਂ ਦੇ ਪੂਰਾ ਭਰੋਸਾ, ਇਹ ਦੁੱਧ ਵਿੱਚ ਕੁਝ ਮਿਲਾ ਕੇ ਨਹੀਂ ਲੈ ਕੇ ਆਏ। ਸਤਿਗੁਰੂ ਜੀ ਨੇ ਫਿਰ ਆਖਿਆ ਦਸਤਗੀਰ ਨਹੀਂ, ਇੱਕ ਵਾਰ ਦੁੱਧ ਵੱਲ ਤੂੰ ਫਿਰ ਦੇਖ, ਇਹ ਦੁੱਧ ਵਿੱਚ ਮੈਨੂੰ ਕੁਝ ਦਿਖਾਈ ਦੇ ਰਿਹਾ। ਕਹਿਣ ਲੱਗਾ ਮਹਾਰਾਜ ਨਹੀਂ ਦਿਖਾਈ ਦੇ ਰਿਹਾ। ਸਤਿਗੁਰੂ ਜੀ ਕਹਿ ਰਹੇ ਨੇ ਦਸਤਗੀਰ ਧਿਆਨ ਨਾਲ ਦੇਖ, ਦੁੱਧ ਵਿੱਚ ਤੈਨੂੰ ਘਿਓ ਦਿਖਦਾ ਹੈ? ਤੇ ਅੱਗੋਂ ਦਸਤਗੀਰ ਕਹਿਣ ਲੱਗਾ ਮਹਾਰਾਜ ਦੁੱਧ ਵਿੱਚ ਤਾਂ ਘਿਓ ਹੁੰਦਾ ਹੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਦੁੱਧ ਦੀ ਬਾਲਟੀ ਵਿੱਚ ਹੱਥ ਪਾਇਆ,
ਹੱਥ ਪਾ ਕੇ ਬਾਹਰ ਕੱਢਿਆ। ਕਹਿਣ ਲੱਗੇ, ਦਸਤਗੀਰ, ਆ ਹੱਥ ਨੂੰ ਘਿਓ ਤਾਂ ਲੱਗਿਆ ਹੀ ਨਹੀਂ, ਕਿ ਕਿੱਥੇ ਹੈ ਘਿਓ? ਕਹਿਣ ਲੱਗਾ, ਮਹਾਰਾਜ, ਦੁੱਧ ਵਿੱਚੋਂ ਘਿਓ ਪ੍ਰਾਪਤ ਕਰਨ ਵਾਸਤੇ ਬੜੀ ਮਸ਼ੱਕਤ, ਬੜੀ ਘਾਲਣਾ ਕਰਨੀ ਪੈਂਦੀ ਹੈ। ਪਹਿਲਾਂ ਦੁੱਧ ਨੂੰ ਗਰਮ ਕਰਨਾ ਪੈਂਦਾ, ਥੋੜਾ ਠੰਡਾ ਹੋਣ ਤੇ ਜਾਗ ਲਾਣਾ ਪੈਂਦਾ, ਦੁੱਧ ਦਾ ਰੂਪ ਬਦਲੀ ਹੁੰਦਾ। ਇਹ ਦੁੱਧ ਨਹੀਂ ਰਹਿੰਦਾ, ਫਿਰ ਦਹੀਂ ਬਣ ਜਾਂਦਾ, ਫਿਰ ਦਹੀਂ ਨੂੰ ਰਿੜਕਣਾ ਪੈਂਦਾ ਸਤਿਗੁਰੂ ਜੀ। ਫਿਰ ਉਹਦੇ ਤੋਂ ਦੋ ਚੀਜ਼ਾਂ ਬਣਦੀਆਂ, ਇੱਕ ਮੱਖਣ ਬਣਦਾ, ਇੱਕ ਲੱਸੀ ਬਣਦੀ ਹੈ। ਲੱਸੀ ਵੱਖ ਹੋ ਜਾਂਦੀ ਹੈ ਜਦੋਂ ਮੱਖਣ ਨੂੰ ਤੁਸੀਂ ਅੱਗ ਤੇ ਸੇਕ ਦਿਓਗੇ, ਮੱਖਣ ਨੂੰ ਤਪਾਓਗੇ ਤਾਂ ਮਹਾਰਾਜ ਤਾਂ ਕਿਤੇ ਉਹਦੇ ਤੋਂ ਜਾ ਕੇ ਸ਼ੁੱਧ ਘਿਓ ਨਿਕਲਦਾ ਹੈ। ਮਹਾਰਾਜ ਦਸਤਗੀਰ ਨੂੰ ਕਹਿਣ ਲੱਗੇ, ਦਸਤਗੀਰ, ਤੈਨੂੰ ਕੁਝ ਸਮਝ ਪਈ? ਇਹ ਤੇਰੇ ਸਵਾਲ ਦਾ ਜਵਾਬ ਹੈ। ਕਹਿਣ ਲੱਗਾ, ਸਤਿਗੁਰੂ ਜੀ, ਆਪ ਜੀ ਖੁੱਲ੍ਹ ਕੇ ਮੈਨੂੰ ਸਮਝਾਓ, ਮੈਨੂੰ ਸਮਝ ਨਹੀਂ ਪਈ। ਮਹਾਰਾਜ ਕਹਿਣ ਲੱਗੇ, ਭਾਈ, ਦੁਨਿਆਵੀ ਚੀਜ਼ ਪ੍ਰਾਪਤ ਕਰਨ ਵਾਸਤੇ ਇੰਨੀ ਮਸ਼ੱਕਤ ਕਰਨੀ ਪੈਂਦੀ ਹੈ, ਇੰਨੀ ਘਾਲਣਾ ਘਾਲਣੀ ਪੈਂਦੀ ਹੈ। ਜਿਹੜਾ ਉਹ ਪਰਮਾਤਮਾ ਵਾਹਿਗੁਰੂ ਜੀ ਪੂਰੀ ਸ੍ਰਿਸ਼ਟੀ ਨੂੰ ਚਲਾ ਰਿਹਾ, ਹਰ ਇੱਕ ਦੇ ਸਰੀਰ ਵਿੱਚ ਵਸ ਰਿਹਾ, ਹਰ ਇੱਕ ਥਾਂ ਤੇ ਮੌਜੂਦ ਹੈ, ਉਹ ਪਰਮਾਤਮਾ ਵਾਹਿਗੁਰੂ ਜੀ ਨੂੰ ਦੇਖਣ ਵਾਸਤੇ, ਪਰਮਾਤਮਾ ਵਾਹਿਗੁਰੂ ਜੀ ਦੀ ਪ੍ਰਾਪਤੀ ਵਾਸਤੇ ਕਿੰਨੀ ਮਸ਼ੱਕਤ ਘਾਲਣੀ ਪੈਂਦੀ ਹੋਏਗੀ। ਦੁਨਿਆਵੀ ਪਦਾਰਥ ਵਾਸਤੇ ਇੰਨੀ ਮਸ਼ੱਕਤ ਹੈ, ਇਹ ਦਸਤਗੀਰ, ਇਹਦੇ ਨਾਲੋਂ ਕਿਤੇ ਗੁਣਾ ਵੱਧ ਪਰਮਾਤਮਾ ਨੂੰ ਮਿਲਣ ਵਾਸਤੇ ਮਸ਼ੱਕਤ ਕਰਨੀ ਪੈਂਦੀ ਹੈ। ਜੇ ਉਹਦੀ ਨਜ਼ਰ ਸਿੱਧੀ ਹੋਵੇ ਤਾਂ ਉਹ 2 ਮਿੰਟ ਵਿੱਚ, 1 ਸਕਿੰਟ ਵਿੱਚ, 1 ਅੱਖ ਝਮਕਣ ਦੇ ਸਮੇਂ ਅੰਦਰ ਵਿੱਚ ਵੀ ਪਰਮਾਤਮਾ ਵਾਹਿਗੁਰੂ ਜੀ ਮਿਲ ਸਕਦਾ, ਜੇ ਤੂੰ ਸੱਚੇ ਦਿਲੋਂ ਯਾਦ ਕਰੇ। ਪਰ ਜਦੋਂ ਉਹਦੀ ਨਜ਼ਰ ਸਿੱਧੀ ਨਹੀਂ, ਆ ਜਨਮ ਕੀ, ਇਹਦੇ ਨਾਲ ਦੇ ਲੱਖਾਂ ਜਨਮ ਵੀ ਲੱਗ ਸਕਦੇ ਹੈ ਉਹ ਪਰਮਾਤਮਾ ਵਾਹਿਗੁਰੂ ਜੀ ਨੂੰ ਮਿਲਣ ਵਾਸਤੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ। ਜਿਹਦੇ ਮਨ ਵਿੱਚ ਇਹ ਭਰੋਸਾ ਆ ਗਿਆ, ਇਹ ਵਿਸ਼ਵਾਸ ਆ ਗਿਆ ਵੀ ਪਰਮਾਤਮਾ ਵਾਹਿਗੁਰੂ ਜੀ ਇਹ ਧਰਤੀ ਤੇ ਹੈ, ਤਤ ਗਿਆਨ ਤਿਸ ਮਨ ਪ੍ਰਗਟਾਇਆ, ਉਸ ਦੇ ਮਨ ਵਿੱਚ ਸੱਚਾ ਗਿਆਨ ਪ੍ਰਗਟ ਹੋ ਜਾਂਦਾ ਹੈ। ਭੈ ਤੇ ਨਿਰਭਉ ਹੋਏ ਬਿਸਾਨਾ, ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ। ਭੈ ਤੇ ਨਿਰਭਉ ਹੋਏ ਬਿਸਾਨਾ, ਉਹ ਮਨੁੱਖ ਜਗਤ ਦੇ ਹਰੇਕ ਡਰ ਤੋਂ ਰਹਿਤ ਹੋ ਕੇ ਨਿਡਰ ਹੋ ਕੇ ਵਸਦਾ ਹੈ। ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ, ਕਿਉਂਕਿ ਉਹ ਸਦਾ ਉਸ ਪ੍ਰਭੂ ਵਿੱਚ ਲੀਨ ਰਹਿੰਦਾ ਹੈ ਜਿਸ ਤੋਂ ਉਹ ਪੈਦਾ ਹੋਇਆ। ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ, ਉਹ ਮਨੁੱਖ ਹਰ ਸਮੇਂ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਵਿੱਚ ਰੰਗਿਆ ਹੀ ਰਹਿੰਦਾ ਹੈ, ਹਰ ਸਮੇਂ ਪਰਮਾਤਮਾ ਦੀ ਇਬਾਦਤ ਕਰਦਾ ਹੈ, ਵਾਹਿਗੁਰੂ ਜੀ ਨੂੰ ਯਾਦ ਕਰਦਾ ਹੈ, ਕਿਉਂਕਿ ਉਹਨੂੰ ਪਤਾ ਹੈ ਪਰਮਾਤਮਾ ਹੀ ਸਦਾ ਮੌਜੂਦ ਰਹਿਣ ਵਾਲਾ ਹੈ। ਪਰਮਾਤਮਾ ਦਾ ਨਾਮ ਜਪ ਕੇ ਹੀ ਇਨਸਾਨ ਸੁਖੀ ਰਹਿ ਸਕਦਾ ਹੈ। ਵਸਤ ਮਾਹੇ ਲੈ ਵਸਤ ਗੜਾਈ, ਤਾਕੋ ਭਿੰਨ ਨ ਕਹਿ ਨਾ ਜਾਈ। ਵਸਤ ਮਾਹੇ ਲੈ ਵਸਤ ਗੜਾਈ, ਵਸਤ ਤੋਂ ਭਾਵ ਹੈ ਚੀਜ਼, ਗੜਾਈ ਤੋਂ ਭਾਵ ਹੈ ਮਲਾਈ। ਜਿਵੇਂ ਇੱਕ ਚੀਜ਼ ਲੈ ਕੇ ਉਸ ਕਿਸਮ ਦੀ ਚੀਜ਼ ਵਿੱਚ ਰਲਾ ਦਿੱਤੀ ਜਾਏ ਤੇ ਦੋਹਾਂ ਦਾ ਕੋਈ ਫਰਕ ਨਹੀਂ ਰਹਿ ਜਾਂਦਾ। ਭਾਵ ਪਾਣੀ ਵਿੱਚ ਪਾਣੀ ਨੂੰ ਮਿਲਾ ਦਿਓ, ਤੁਸੀਂ ਪਾਣੀ ਵਿੱਚ ਮਿਲਾਏ ਹੋਏ ਪਾਣੀ ਨੂੰ ਅਲੱਗ ਨਹੀਂ ਕਰ ਸਕਦੇ। ਆਟੇ ਵਿੱਚ ਆਟਾ ਮਿਲਾ ਦਿਓ, ਜਿਹੜਾ ਮਿਲਾਇਆ ਹੋਇਆ ਆਟਾ ਹੈ ਤੁਸੀਂ ਦੁਬਾਰਾ ਉਹ ਆਟੇ ਨੂੰ ਅਲੱਗ ਨਹੀਂ ਕਰ ਸਕਦੇ। ਇਸੇ ਤਰ੍ਹਾਂ ਮਹਾਰਾਜ ਕਹਿੰਦੇ, ਤਾਂ ਕੋ ਭਿੰਨ ਨਾ ਕਹਿ ਨਾ ਜਾਈ। ਤਿਵੇਂ ਜੋ ਮਨੁੱਖ ਪ੍ਰਭੂ ਚਰਨਾਂ ਵਿੱਚ ਲੀਨ ਹੈ, ਉਸ ਨੂੰ ਪ੍ਰਭੂ ਤੋਂ ਵੱਖਰਾ ਨਹੀਂ ਕਿਹਾ ਜਾ ਸਕਦਾ। ਜਿਹੜਾ ਪਰਮਾਤਮਾ ਵਾਹਿਗੁਰੂ ਜੀ ਦਾ ਨਾਮ ਜਪਦਾ ਹੈ, ਵਾਹਿਗੁਰੂ ਜੀ ਨੂੰ ਚੇਤੇ ਕਰਦਾ ਹੈ, ਮਹਾਰਾਜ ਕਹਿੰਦੇ ਉਸ ਸੇਵਕ ਵਿੱਚ ਤੇ ਪਰਮਾਤਮਾ ਵਿੱਚ ਕੋਈ ਅੰਤਰ ਨਹੀਂ ਰਹਿ ਜਾਂਦਾ। ਹਰ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਛ ਨਾਏ।
ਹਰੀ ਦਾ ਜਨ ਤੇ ਪਰਮਾਤਮਾ ਵਾਹਿਗੁਰੂ ਜੀ ਇੱਕ ਹੋ ਜਾਂਦੇ ਹੈ। ਜਿਨ੍ਹਾਂ ਨਾ ਵਿਸਰੈ ਨਾਮ ਸੇ ਕਨੇਹਿਆ, ਭੇਦ ਨਾ ਜਾਣੋ ਮੂਲ ਸਾਈਂ ਜੇਹਿਆ। ਉਹ ਸਾਈਂ ਦੇ ਵਰਗੇ ਹੀ ਬਣ ਜਾਂਦੇ। ਜਿਵੇਂ ਪਾਣੀ ਵਿੱਚ ਮਿਲਾਇਆ ਪਾਣੀ ਅਲੱਗ ਨਹੀਂ ਕੀਤਾ ਜਾ ਸਕਦਾ, ਆਟੇ ਵਿੱਚ ਮਿਲਿਆ ਹੋਇਆ ਆਟਾ ਅਲੱਗ ਨਹੀਂ ਕੀਤਾ ਜਾ ਸਕਦਾ, ਇਸੇ ਤਰ੍ਹਾਂ ਪਰਮਾਤਮਾ ਵਾਹਿਗੁਰੂ ਜੀ ਦਾ ਸੇਵਕ ਜਿਹੜਾ ਪਰਮਾਤਮਾ ਵਿੱਚ ਲੀਨ ਹੋ ਜਾਂਦਾ, ਨਾਮ ਦੀ ਕਮਾਈ ਕਰ ਕਰਕੇ, ਮਹਾਰਾਜ ਕਹਿੰਦੇ ਉਹ ਪਰਮਾਤਮਾ ਦੇ ਵਰਗਾ ਹੀ ਬਣ ਜਾਂਦਾ ਹੈ। ਬੂਝੈ ਬੂਝਣਹਾਰ ਬਵੇਕ, ਨਾਰਾਇਣ ਮਿਲੇ ਨਾਨਕ ਏਕ। ਬੂਝੈ ਬੂਝਣਹਾਰ ਬਵੇਕ, ਬਵੇਕ ਤੋਂ ਭਾਵ ਹੈ ਪਰਖ, ਵਿਚਾਰ। ਮਹਾਰਾਜ ਕਹਿੰਦੇ ਇਸ ਵਿਚਾਰ ਨੂੰ ਵਿਚਾਰਨ ਵਾਲਾ ਕੋਈ ਵਿਰਲਾ ਹੀ ਮਨੁੱਖ ਹੈ। ਇਹ ਗੱਲ ਨੂੰ ਸਮਝਣ ਵਾਲਾ ਕੋਈ ਵਿਰਲਾ ਹੀ ਹੈ। ਨਾਰਾਇਣ ਮਿਲੇ ਨਾਨਕ ਏਕ। ਜੋ ਜੀਵ ਪਰਮਾਤਮਾ ਨੂੰ ਮਿਲ ਪਏ ਹਨ, ਉਹ ਉਸ ਦੇ ਨਾਲ ਇੱਕ ਰੂਪ ਹੋ ਗਏ ਹਨ। ਇਹ ਗੱਲ ਨੂੰ ਕੋਈ ਵਿਰਲਾ ਹੀ ਇਨਸਾਨ ਸਮਝ ਸਕਦਾ ਹੈ। ਠਾਕੁਰ ਕਾ ਸੇਵਕ ਆਗਿਆਕਾਰੀ, ਠਾਕੁਰ ਕਾ ਸੇਵਕ ਸਦਾ ਪੁਜਾਰੀ। ਠਾਕੁਰ ਕਾ ਸੇਵਕ ਆਗਿਆਕਾਰੀ। ਆਗਿਆਕਾਰੀ ਤੋਂ ਭਾਵ ਹੈ ਹੁਕਮ ਮੰਨਣ ਵਾਲਾ। ਪਰਮਾਤਮਾ ਦਾ ਸੇਵਕ ਉਹੀ ਹੈ ਜਿਹੜਾ ਵਾਹਿਗੁਰੂ ਜੀ ਦਾ ਹੁਕਮ ਮੰਨਦਾ ਹੈ, ਪਰਮਾਤਮਾ ਵਾਹਿਗੁਰੂ ਜੀ ਦੇ ਹੁਕਮ ਵਿੱਚ ਤੁਰਦਾ ਹੈ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੋ ਗੁਰ ਕੇ ਭਾਣੇ ਵਿੱਚ ਆਵੇ। ਮਹਾਰਾਜ ਉਹਨੂੰ ਹੀ ਆਪਣਾ ਸੇਵਕ ਮੰਨਦੇ ਹਨ। ਉਹੀ ਸਤਿਗੁਰ ਜੀਆਂ ਦਾ ਸਿੱਖ ਹੈ, ਉਹੀ ਪਰਮਾਤਮਾ ਦਾ ਸੇਵਕ ਹੈ ਜਿਹੜਾ ਵਾਹਿਗੁਰੂ ਜੀ ਦੀ ਆਗਿਆ ਵਿੱਚ ਚੱਲਦਾ ਹੈ। ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਮਹਾਰਾਜ ਕਹਿੰਦੇ ਜਿਹੜਾ ਆਪਣੇ ਮੁਤਾਬਕ ਚੱਲਦਾ ਹੈ, ਆਪਣੇ ਮਨ ਦੀ ਮਰਜ਼ੀ ਕਰਦਾ, ਪਰਮਾਤਮਾ ਤੋਂ ਵਿਛੜ ਕੇ ਉਹ ਦੁੱਖ ਹੀ ਪਾਉਂਦਾ ਹੈ, ਚੋਟਾਂ ਹੀ ਸਹਾਰਦਾ ਹੈ। ਠਾਕੁਰ ਕਾ ਸੇਵਕ ਆਗਿਆਕਾਰੀ। ਪਰਮਾਤਮਾ ਦਾ ਸੇਵਕ ਉਹੀ ਹੈ ਜਿਹੜਾ ਵਾਹਿਗੁਰੂ ਜੀ ਦੇ ਹੁਕਮ ਵਿੱਚ ਤੁਰਦਾ ਹੈ। ਜੋ ਪਰਮਾਤਮਾ ਜੀ ਕਰ ਰਹੇ ਹਨ ਉਹਨੂੰ ਮਿੱਠਾ ਕਰਕੇ ਮੰਨਦਾ, ਉਹ ਪਰਮਾਤਮਾ ਦਾ ਸੇਵਕ ਹੈ। ਠਾਕੁਰ ਕਾ ਸੇਵਕ ਸਦਾ ਪੁਜਾਰੀ। ਪਰਮਾਤਮਾ ਦਾ ਸੇਵਕ ਸਦਾ ਹੀ ਪਰਮਾਤਮਾ ਵਾਹਿਗੁਰੂ ਜੀ ਦੀ ਪੂਜਾ ਕਰਦਾ ਹੈ, ਹਰ ਸਮੇਂ ਪਰਮਾਤਮਾ ਵਾਹਿਗੁਰੂ ਜੀ ਨੂੰ ਯਾਦ ਕਰਦਾ ਹੈ। ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ, ਠਾਕੁਰ ਕੇ ਸੇਵਕ ਕੀ ਨਿਰਮਲ ਰੀਤ। ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ। ਮਹਾਰਾਜ ਕਹਿੰਦੇ ਅਕਾਲ ਪੁਰਖ ਦੇ ਸੇਵਕ ਦੇ ਮਨ ਵਿੱਚ ਸਦਾ ਹੀ ਵਿਸ਼ਵਾਸ ਰਹਿੰਦਾ ਹੈ। ਕਿਹਦੇ ਉੱਤੇ? ਉਹ ਅਕਾਲ ਪੁਰਖ ਵਾਹਿਗੁਰੂ ਜੀ ਦੇ ਉੱਤੇ। ਪਰਮਾਤਮਾ ਦਾ ਸੇਵਕ ਅਕਾਲ ਪੁਰਖ ਵਾਹਿਗੁਰੂ ਜੀ ਦੇ ਉੱਤੇ ਹਰ ਸਮੇਂ ਹੀ ਸਿਦਕ ਰੱਖਦਾ ਹੈ, ਭਰੋਸਾ ਰੱਖਦਾ। ਠਾਕੁਰ ਕੇ ਸੇਵਕ ਕੀ ਨਿਰਮਲ ਰੀਤ। ਰੀਤ ਤੋਂ ਭਾਵ ਹੈ ਜ਼ਿੰਦਗੀ ਨਿਭਾਉਣ ਦਾ ਤਰੀਕਾ। ਉਸ ਦੀ ਜ਼ਿੰਦਗੀ ਦੀ ਸੁੱਚੀ ਮਰਜ਼ਾਦਾ ਹੁੰਦੀ ਹੈ। ਠਾਕੁਰ ਕੋ ਸੇਵਕ ਜਾਣੈ ਸੰਗ, ਪ੍ਰਭ ਕਾ ਸੇਵਕ ਨਾਮ ਕੈ ਰੰਗ। ਠਾਕੁਰ ਕੋ ਸੇਵਕ ਜਾਣੈ ਸੰਗ। ਸੇਵਕ ਆਪਣੇ ਮਾਲਕ ਨੂੰ, ਪਰਮਾਤਮਾ ਵਾਹਿਗੁਰੂ ਨੂੰ ਹਰ ਸਮੇਂ ਹੀ ਆਪਣੇ ਅੰਗ ਸੰਗ ਸਮਝਦਾ ਹੈ। ਉਹ ਇਹ ਸਮਝਦਾ ਵੀ ਜੋ ਮੈਂ ਕਰ ਰਿਹਾ ਹਾਂ, ਮੈਨੂੰ ਪਰਮਾਤਮਾ ਦੇਖ ਰਿਹਾ, ਕਿਉਂਕਿ ਪਰਮਾਤਮਾ ਮੇਰੇ ਕੋਲ ਹੀ ਹੈ। ਠਾਕੁਰ ਕੋ ਸੇਵਕ ਜਾਣੈ ਸੰਗ। ਸੇਵਕ ਆਪਣੇ ਮਾਲਕ ਨੂੰ ਹਰ ਸਮੇਂ ਆਪਣੇ ਨਾਲ ਮੌਜੂਦ ਸਮਝਦਾ ਹੈ। ਤੇ ਇੱਥੇ ਇੱਕ ਗੱਲ ਹੋਰ ਹੈ, ਜਿਹੜਾ ਵੀ ਇਨਸਾਨ ਪਰਮਾਤਮਾ ਵਾਹਿਗੁਰੂ ਜੀ ਨੂੰ ਸਦਾ ਆਪਣੇ ਅੰਗ ਸੰਗ ਸਮਝੇਗਾ, ਉਹ ਜ਼ਿੰਦਗੀ ਅੰਦਰ ਗਲਤ ਕੰਮ ਨਹੀਂ ਕਰੇਗਾ। ਜਦੋਂ ਵੀ ਉਹਦੇ ਮਨ ਅੰਦਰ ਗਲਤ ਵਿਚਾਰ ਆਏਗਾ, ਉਹਦਾ ਮਨ ਜਦ ਹੀ ਕਹੇਗਾ ਵੀ ਪਰਮਾਤਮਾ ਤੇਰੇ ਅੰਗ ਸੰਗ ਹੈ, ਉਹ ਤੇਰੇ ਦਿਲਾਂ ਦੀਆਂ ਵੀ ਜਾਣਨ ਵਾਲਾ ਹੈ।
ਜਿਹਨੂੰ ਵੀ ਇਹ ਭਰੋਸਾ ਹੋ ਗਿਆ, ਵਿਸ਼ਵਾਸ ਆ ਗਿਆ ਵੀ ਪਰਮਾਤਮਾ ਹਰ ਸਮੇਂ ਮੇਰੇ ਨਾਲ ਹੈ, ਉਹਦਾ ਜੀਵਨ ਸੁਚੱਜਾ ਬਣ ਜਾਂਦਾ, ਸੋਹਣਾ ਬਣ ਜਾਂਦਾ, ਉਹਦੀ ਜ਼ਿੰਦਗੀ ਜਿਉਣ ਦਾ ਢੰਗ ਹੀ ਵੱਖਰਾ ਬਣ ਜਾਂਦਾ। ਉਹ ਸਦਾ ਹੀ ਪਰਮਾਤਮਾ ਨੂੰ ਯਾਦ ਕਰਦਾ, ਆਪਣੀ ਜ਼ਿੰਦਗੀ ਅੰਦਰ ਭਲੇ ਦੇ ਹੀ ਕੰਮ ਕਰਦਾ, ਉਹ ਕੰਮ ਕਰਦਾ ਜਿਹੜੇ ਪਰਮਾਤਮਾ ਵਾਹਿਗੁਰੂ ਜੀ ਨੂੰ ਚੰਗੇ ਲੱਗਦੇ ਹੈ। ਪ੍ਰਭ ਕਾ ਸੇਵਕ ਨਾਮ ਕੈ ਰੰਗ, ਪਰਮਾਤਮਾ ਨੂੰ ਸਦਾ ਅੰਗ ਸੰਗ ਸਮਝਣ ਕਰਕੇ ਪਰਮਾਤਮਾ ਦਾ ਸੇਵਕ ਸਦਾ ਹੀ ਨਾਮ ਰੰਗ ਵਿੱਚ ਰੰਗਿਆ ਰਹਿੰਦਾ ਹੈ। ਸੇਵਕ ਕੋ ਪ੍ਰਭ ਪਾਲਣ ਹਾਰਾ, ਸੇਵਕ ਕੀ ਰਾਖੈ ਨਿਰੰਕਾਰਾ। ਸੇਵਕ ਕੋ ਪ੍ਰਭ ਪਾਲਣ ਹਾਰਾ, ਪਰਮਾਤਮਾ ਆਪਣੇ ਸੇਵਕ ਨੂੰ ਸਦਾ ਹੀ ਪਾਲਣ ਦੇ ਸਮਰੱਥ ਹੈ, ਹਰ ਸਮੇਂ ਉਹਦੀ ਰੱਖਿਆ ਕਰਦਾ ਹੈ। ਸੇਵਕ ਕੀ ਰਾਖੈ ਨਿਰੰਕਾਰਾ, ਤੇ ਆਪਣੇ ਸੇਵਕ ਦੀ ਸਦਾ ਹੀ ਪਰਮਾਤਮਾ ਇੱਜ਼ਤ ਰੱਖਦਾ ਹੈ, ਲਾਜ ਰੱਖਦਾ ਹੈ। ਗੁਰਮੁਖੋ, ਕਾਬਲ ਦੀ ਧਰਤੀ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦਾ ਪਿਆਰਾ ਸੇਵਕ ਹੋਇਆ ਭਾਈ ਕਟਾਰੂ ਜੀ। ਇਹ ਕਰਿਆਨੇ ਦੀ ਦੁਕਾਨ ਕਰਿਆ ਕਰਦੇ ਤੇ ਹਰ ਸਮੇਂ ਪਰਮਾਤਮਾ ਦਾ ਸਿਮਰਨ ਕਰਿਆ ਕਰਦੇ। ਦੁਕਾਨ ਤੇ ਜਾਣਾ, ਕਿਸੇ ਨੂੰ ਵੀ ਘੱਟ ਨਹੀਂ ਤੋਲਣਾ, ਹਰ ਇੱਕ ਨੂੰ ਪੂਰੀ ਵਸਤੂ ਦੇਣੀ। ਜਿੰਨੇ ਕਿਸੇ ਨੇ ਪੈਸੇ ਦਿੱਤੇ ਉਹਦੇ ਹਿਸਾਬ ਦੇ ਨਾਲ ਉਹਨੂੰ ਜਿਹੜੀ ਵੀ ਵਸਤੂ ਮੰਗਦਾ ਉਹ ਦੇ ਦੇਣੀ, ਕਦੇ ਵੀ ਕੋਈ ਚੀਜ਼ ਘੱਟ ਨਹੀਂ ਤੋਲਦੇ ਸੀ। ਸ਼ਹਿਰ ਵਿੱਚ ਰੋਲਾ ਪੈ ਗਿਆ, ਭਾਈ ਕਟਾਰੂ ਜੀ ਗੁਰੂ ਅਰਜਨ ਦੇਵ ਮਹਾਰਾਜ ਦੇ ਸਿੱਖ ਹੈ, ਸੱਚੇ ਸੁੱਚੇ ਸਿੱਖ ਹੈ, ਕਿਸੇ ਨੂੰ ਘੱਟ ਨਹੀਂ ਤੋਲਦੇ। ਤੇ ਯਾਦ ਰੱਖਿਓ, ਕਮਲ ਦੇ ਫੁੱਲ ਦੇ ਨਾਲ ਕੰਡੇ ਵੀ ਨਾਲ ਹੀ ਉਗਾਉਂਦੇ ਐ। ਨਿੰਦਿਆ ਕਰਨ ਵਾਲੇ ਵੀ ਗੁਰਮੁਖਾਂ ਦੇ ਨਾਲ ਹੀ ਰਹਿੰਦੇ ਐ। ਰੱਬ ਦੇ ਪਿਆਰਿਆਂ ਦੀ ਨਿੰਦਿਆ ਕਰਨ ਵਾਲੇ ਪਰਮਾਤਮਾ ਨੇ ਨਾਲ ਹੀ ਬਣਾਏ ਐ। ਤੇ ਇੱਕ ਦਿਨ ਭਾਈ ਕਟਾਰੂ ਦੀ ਦੁਕਾਨ ਤੇ ਇੱਕ ਈਰਖਾਲੂ ਬੰਦਾ ਆਇਆ। ਉਹਨੇ ਭਾਈ ਕਟਾਰੂ ਜੀ ਦੇ ਵੱਟਿਆਂ ਵਿੱਚ ਹੇਰ ਫੇਰ ਕਰ ਦਿੱਤਾ, ਵੱਟੇ ਬਦਲੀ ਕਰ ਦਿੱਤੇ। ਵੱਧ ਭਾਰ ਵਾਲਾ ਵੱਟਾ ਚੁੱਕ ਲਿਆ, ਉਹਦੇ ਵੱਟੇ ਘੱਟ ਭਾਰ ਵਾਲਾ ਵੱਟਾ ਰੱਖ ਦਿੱਤਾ ਤੇ ਬਾਹਰ ਆ ਕੇ ਰੋਲਾ ਪਾਇਆ। ਕਹਿੰਦਾ, ਭਾਈ ਕਟਾਰੂ ਨੂੰ ਤੁਸੀਂ ਕਹਿੰਦੇ ਹੋ ਵੀ ਘੱਟ ਨਹੀਂ ਤੋਲਦਾ, ਉਹ ਤਾਂ ਘੱਟ ਤੋਲਦਾ। ਮੈਂ ਆ ਵਸਤੂ ਉਹਦੇ ਕੋਲੋਂ ਲੈ ਕੇ ਆਇਆ, ਦੇਖੋ ਇਹ ਤਾਂ ਘੱਟ ਤੋਲ ਵਾਲੀ ਹੈ, ਮੈਂ ਵੱਧ ਪੈਸੇ ਦਿੱਤੇ ਐ, ਪਰ ਉਹਨਾਂ ਨੇ ਮੈਨੂੰ ਪੈਸਿਆਂ ਦੇ ਹਿਸਾਬ ਨਾਲ ਤੋਲ ਕੇ ਵਸਤੂ ਨਹੀਂ ਦਿੱਤੀ, ਮੈਨੂੰ ਘੱਟ ਦਿੱਤੀ ਹੈ। ਖੈਰ, ਸਾਖੀ ਬੜੀ ਲੰਬੀ ਹੈ। ਇਹ ਮਸਲਾ ਉਹ ਸਮੇਂ ਦੇ ਰਾਜੇ ਦੇ ਕੋਲ ਪਹੁੰਚਿਆ, ਚੌਧਰੀ ਦੇ ਕੋਲ ਪਹੁੰਚਿਆ। ਜਾ ਕੇ ਦੱਸਿਆ, ਭਾਈ ਆ ਭਾਈ ਕਟਾਰੂ ਜੀ ਇਹ ਲੋਕਾਂ ਨੂੰ ਘੱਟ ਤੋਲਦੇ ਐ, ਆਪ ਜੀ ਇਹਦਾ ਨਿਬੇੜਾ ਕਰੋ। ਪਰ ਉਹ ਚੌਧਰੀ ਵੀ ਨਹੀਂ ਸੀ ਮੰਨਦਾ, ਕਿਉਂਕਿ ਗੁਰੂ ਦਾ ਸਿੱਖ ਕਦੇ ਵੀ ਘੱਟ ਨਹੀਂ ਤੋਲ ਸਕਦਾ, ਕਿਸੇ ਨਾਲ ਹੇਰਾ ਫੇਰੀ ਨਹੀਂ ਕਰ ਸਕਦਾ, ਜਿਹੜਾ ਅਸਲ ਵਿੱਚ ਗੁਰੂ ਦਾ ਸਿੱਖ ਹੈ। ਭਾਈ ਕਟਾਰੂ ਜੀ ਧੰਨ ਗੁਰੂ ਨਾਨਕ ਦੇਵ ਮਹਾਰਾਜ, ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਸੱਚੇ ਸੁੱਚੇ ਸਿੱਖ ਸਨ। ਹਰ ਸਮੇਂ ਨਾਮ ਰੰਗ ਵਿੱਚ ਰੰਗੇ ਰਹਿੰਦੇ ਸਨ। ਤੇ ਉਹ ਕਹਿੰਦੇ, ਮੌਕੇ ਦੇ ਹਕੂਮਤ ਨੇ, ਚੌਧਰੀ ਨੇ, ਅਹਿਲਕਾਰ ਨੇ ਭਾਈ ਕਟਾਰੂ ਜੀ ਨੂੰ ਆਪਣੇ ਕੋਲ ਸੱਦਿਆ। ਕਹਿਣ ਲੱਗਾ, ਤੁਹਾਡੇ ਵੱਟਿਆਂ ਦੀ ਜਾਂਚ ਹੋਏਗੀ। ਭਾਈ ਕਟਾਰੂ ਜੀ ਕਹਿਣ ਲੱਗੇ, ਜ਼ਰੂਰ ਕਰੋ, ਕੀ ਗੱਲ ਹੋਈ? ਕਹਿੰਦੇ, ਸਾਡੇ ਕੋਲ ਸ਼ਿਕਾਇਤ ਆਈ ਹੈ, ਤੁਸੀਂ ਘੱਟ ਤੋਲਦੇ ਹੋ। ਇਹ ਭਾਈ ਕਟਾਰੂ ਨੇ ਆਪਣੇ ਜਦੋਂ ਵੱਟੇ ਦੇਖੇ, ਮਨ ਵਿੱਚ ਆਇਆ, ਮਨਾ ਤੂੰ ਤਾਂ ਘੱਟ ਨਹੀਂ ਤੋਲਦਾ, ਮੈਨੂੰ ਇਉਂ ਲੱਗਦਾ ਵੀ ਮੇਰੇ ਵੱਟਿਆਂ ਵਿੱਚ ਜ਼ਰੂਰ ਹੇਰ ਫੇਰ ਹੋਈ ਹੈ। ਅਰਦਾਸ ਕੀਤੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਚਰਨਾਂ ਅੰਦਰ, ਐ ਸਤਿਗੁਰੂ ਜੀ, ਮੇਰਾ ਕੋਈ ਕਸੂਰ ਨਹੀਂ ਹੈ, ਜਾਣਦੇ ਤੁਸੀਂ ਵੀ ਹੋ, ਮੈਂ ਸੱਚਾ ਸੁੱਚਾ ਤੁਹਾਡਾ ਸਿੱਖ ਹਾਂ, ਹਰ ਇੱਕ ਨੂੰ ਪੂਰਾ ਤੋਲਦਾ, ਪਰ ਮਹਾਰਾਜ ਹੁਣ ਆਪਣੇ ਬੱਚਿਆਂ ਦੀ ਲਾਜ ਰੱਖਿਓ। ਮੈਨੂੰ ਦੁਨੀਆ ਲੱਖ ਵਾਰ ਮਾੜਾ ਕਹੇ, ਮੈਨੂੰ ਕੋਈ ਗਿਲਾ ਨਹੀਂ, ਪਰ ਦੁਨੀਆ ਮੈਨੂੰ ਤੁਹਾਡਾ ਸਿੱਖ ਕਹਿੰਦੀ ਹੈ ਵੀ ਭਾਈ ਕਟਾਰੂ ਗੁਰੂ ਅਰਜਨ ਦੇਵ ਮਹਾਰਾਜ ਦਾ ਸਿੱਖ ਹੈ। ਸਤਿਗੁਰੂ ਜੀ,
ਹੁਣ ਆਪਣੇ ਸਿੱਖ ਦੀ ਲਾਜ ਤੁਸੀਂ ਰੱਖਿਓ। ਗੁਰਮੁਖੋ, ਇੱਧਰ ਭਾਈ ਕਟਾਰੂ ਜੀ ਦੇ ਵੱਟੇ ਚੈੱਕ ਹੋ ਰਹੇ ਐ, ਭਾਈ ਕਟਾਰੂ ਦੇ ਵੱਟਿਆਂ ਦਾ ਭਾਰ ਹੋ ਰਿਹਾ। ਇੱਧਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ 'ਚ ਇੱਕ ਸਿੱਖ ਆਇਆ, ਸਤਿਗੁਰੂ ਜੀ ਨੂੰ ਇੱਕ ਟਕੇ ਦਾ ਨਮਸਕਾਰ ਕੀਤੀ, ਭੇਟਾ ਕੀਤੀ। ਸਤਿਗੁਰੂ ਜੀਆਂ ਨੇ ਉਹ ਟਕਾ ਚੁੱਕਿਆ, ਕਦੇ ਆਪਣੇ ਸੱਜੇ ਹੱਥ ਤੇ ਰੱਖਦੇ ਆ, ਕਦੇ ਖੱਬੇ ਹੱਥ ਤੇ ਰੱਖਦੇ ਆ। ਜਿੱਦਾਂ ਉਧਰ ਭਾਈ ਕਟਾਰੂ ਦੇ ਵੱਟਿਆਂ ਦਾ ਭਾਰ ਹੋ ਰਿਹਾ, ਇੱਧਰ ਸਤਿਗੁਰੂ ਜੀ ਕਦੇ ਖੱਬੇ ਹੱਥ ਤੇ ਕਦੇ ਸੱਜੇ ਹੱਥ ਤੇ ਇੱਕ ਟਕੇ ਨੂੰ ਰੱਖਦੇ ਆ। ਸਤਿਗੁਰੂ ਜੀਆਂ ਨੇ ਉੱਥੇ ਆਪਣੇ ਸਿੱਖ ਦੀ ਪਿੱਠ ਨਹੀਂ ਲੱਗਣ ਦਿੱਤੀ, ਆਪਣੇ ਸਿੱਖ ਦੀ ਲਾਜ ਪੱਤ ਰੱਖੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਨੂੰ ਕਹਿ ਰਹੇ ਨੇ, ਸੇਵਕ ਕੀ ਰਾਖੈ ਨਿਰੰਕਾਰ। ਉਹ ਪਰਮਾਤਮਾ ਵਾਹਿਗੁਰੂ ਆਪਣੇ ਸੇਵਕ ਦੀ ਲਾਜ ਪੱਤ ਜ਼ਰੂਰ ਰੱਖਦਾ ਹੈ, ਜੇ ਸੇਵਕ ਸੱਚੇ ਦਿਲੋਂ ਅਕਾਲ ਪੁਰਖ ਵਾਹਿਗੁਰੂ ਜੀ ਨਾਲ ਜੁੜਿਆ ਹੋਏਗਾ। ਜੇ ਸੱਚੇ ਦਿਲੋਂ ਪਰਮਾਤਮਾ ਵਾਹਿਗੁਰੂ ਜੀ ਨੂੰ ਯਾਦ ਕਰੇਗਾ ਤਾਂ ਉਹ ਅਕਾਲ ਪੁਰਖ ਵਾਹਿਗੁਰੂ ਵੀ ਸੇਵਕ ਦੀ ਲਾਜ ਪੱਤ ਰੱਖਦਾ। ਸੋ ਸੇਵਕ ਜਿਸ ਦਇਆ ਪ੍ਰਭ ਧਾਰੈ, ਨਾਨਕ ਸੋ ਸੇਵਕ ਸਾਸ ਸਾਸ ਸਮਾਰੈ। ਸੋ ਸੇਵਕ ਜਿਸ ਦਇਆ ਪ੍ਰਭ ਧਾਰੈ, ਸੇਵਕ ਉਹੀ ਮਨੁੱਖ ਬਣ ਸਕਦਾ ਹੈ ਜਿਸ ਤੇ ਪ੍ਰਭੂ ਦੀ ਮਿਹਰ ਹੋ ਜਾਂਦੀ ਹੈ, ਜਿਸ ਤੇ ਅਕਾਲ ਪੁਰਖ ਵਾਹਿਗੁਰੂ ਜੀ ਮਿਹਰ ਕਰ ਦੇਣ, ਆਪਣੀ ਰਹਿਮਤ ਕਰ ਦੇਣ। ਉਹੀ ਮਨੁੱਖ ਅਕਾਲ ਪੁਰਖ ਵਾਹਿਗੁਰੂ ਜੀ ਦਾ ਸੱਚਾ ਸੇਵਕ ਬਣ ਸਕਦਾ ਹੈ। ਸਦਾ ਹੀ ਅਰਦਾਸ ਕਰਨੀ ਚਾਹੀਦੀ ਹੈ, ਸਤਿਗੁਰੂ ਜੀ ਸਾਨੂੰ ਆਪਣੇ ਸੇਵਕ ਬਣਾ ਕੇ ਰੱਖਿਓ, ਸਾਨੂੰ ਸਦਾ ਹੀ ਆਪਣੇ ਚਰਨਾਂ ਵਿੱਚ ਰੱਖਿਓ। ਨਾਨਕ ਸੋ ਸੇਵਕ ਸਾਸ ਸਾਸ ਸਮਾਰੇ। ਜਿਹਨੂੰ ਪਰਮਾਤਮਾ ਵਾਹਿਗੁਰੂ ਜੀ ਆਪਣਾ ਸੇਵਕ ਬਣਾ ਲਵੇ, ਜਿਹਦੇ ਉੱਤੇ ਪਰਮਾਤਮਾ ਵਾਹਿਗੁਰੂ ਜੀ ਆਪਣੀ ਮਿਹਰ ਕਰ ਦੇਵੇ, ਕਿਰਪਾ ਕਰ ਦੇਵੇ, ਮਹਾਰਾਜ ਕਹਿੰਦੇ ਇਹੋ ਜਿਹਾ ਸੇਵਕ ਉਹ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਦਾ ਹੀ ਨਾਮ ਜਪਦਾ ਹੈ। ਸੋ ਸੇਵਕ ਸਾਸ ਸਾਸ ਸਮਾਰੈ। ਸਾਸ ਸਾਸ ਤੋਂ ਭਾਵ ਹੈ ਹਰ ਇੱਕ ਸਵਾਸ ਦੇ ਨਾਲ, ਹਰ ਇੱਕ ਸਾਹ ਦੇ ਨਾਲ ਉਹ ਸੇਵਕ ਪਰਮਾਤਮਾ ਦਾ ਨਾਮ ਜਪਦਾ ਹੈ। ਦਮ ਦਮ ਸਦਾ ਸੰਭਾਲਤਾ, ਦਮ ਨਾ ਬਿਰਥਾ ਜਾਏ। ਇੱਕ ਵੀ ਦਮ ਉਹ ਅਕਾਲ ਪੁਰਖ ਵਾਹਿਗੁਰੂ ਜੀ ਦੀ ਯਾਦ ਤੋਂ ਬਿਰਥਾ ਨਹੀਂ ਜਾਣਾ ਚਾਹੀਦਾ। ਪਰਮਾਤਮਾ ਸਾਨੂੰ ਸਵਾਸ ਦੇ ਰਿਹਾ, ਸਾਨੂੰ ਸ਼ੁਕਰਾਨੇ ਵਜੋਂ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ, ਵਾਹਿਗੁਰੂ ਜੀ ਨੂੰ ਯਾਦ ਕਰਨਾ ਚਾਹੀਦਾ ਹੈ। ਸੋ ਗੁਰਮੁਖੋ, ਇਹ ਸਨ ਜੋ ਅੱਜ ਆਪਾਂ 17ਵੀਂ ਅਸ਼ਟਪਦੀ ਦੀ ਵਿਚਾਰ ਆਰੰਭ ਕੀਤੀ ਹੈ। ਇਸ ਅਸ਼ਟਪਦੀ ਦੇ 3 ਪਦਿਆਂ ਦੀ ਆਪਾਂ ਵਿਚਾਰ ਕੀਤੀ ਹੈ। ਰਹਿੰਦੇ ਪਦਿਆਂ ਦੀ ਵਿਚਾਰ ਸਤਿਗੁਰੂ ਜੀ ਕੱਲ ਨੂੰ ਆਪਣਾ ਮਿਹਰ ਭਰਿਆ ਸਿਰ ਤੇ ਹੱਥ ਰੱਖ ਕੇ ਲੈ ਲੈਣ। ਬਾਣੀ ਦੀ ਵਿਚਾਰ ਕਰਦੇ ਸਮੇਂ ਇੱਕ ਨਹੀਂ ਬੇਅੰਤ ਭੁੱਲਾਂ ਹੋ ਗਈਆਂ, ਅਣਜਾਣ ਬੱਚੇ ਸਮਝ ਕੇ ਮਾਫ ਕਰਿਓ। ਭੁੱਲਾਂ ਸਾਡੀ ਝੋਲੀ ਪਾ ਦਿਓ ਜੀ। ਉਪਦੇਸ਼ ਸਤਿਗੁਰੂ ਜੀਆਂ ਦਾ ਜਾਣ ਕੇ ਆਪਣੇ ਹਿਰਦਿਆਂ ਦੇ ਅੰਦਰ ਵਸਾ ਲਿਓ। ਸਦਾ ਹੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਸ਼ੁਕਰਾਨੇ ਵਜੋਂ ਪਰਮਾਤਮਾ ਦਾ ਸਵਾਸ ਸਵਾਸ ਸਾਨੂੰ ਸਿਮਰਨ ਕਰਨਾ ਚਾਹੀਦਾ। ਹਰ ਸਮੇਂ ਪਰਮਾਤਮਾ ਦੇ ਨਾਮ ਰੰਗ ਵਿੱਚ ਰੰਗੇ ਰਹਿਣਾ ਚਾਹੀਦਾ। ਦੇਖੋ ਕਿੰਨੇ ਸਵਾਸ ਪਰਮਾਤਮਾ ਸਾਨੂੰ ਕੀਮਤੀ ਦੇ ਰਿਹਾ। ਇਹਨਾਂ ਸਵਾਸਾਂ ਦੀ ਕੋਈ ਕੀਮਤ ਨਹੀਂ। ਸਰੀਰ ਉਹੀ ਰਹੇਗਾ, ਹੱਥ ਪੈਰ ਵੀ ਰਹਿਣਗੇ, ਅੱਖਾਂ ਵੀ ਰਹਿਣਗੀਆਂ, ਕੰਨ ਵੀ ਰਹਿਣਗੇ, ਪਰ ਜਦੋਂ ਉਹਦੀ ਜੋਤ ਵਿੱਚੋਂ ਨਿਕਲ ਗਈ ਇਹ ਸਰੀਰ ਦੀ ਵੀ ਕੋਈ ਕੀਮਤ ਨਹੀਂ। ਜਿਸ ਦਿਨ ਉਹਨੇ ਇਹ ਸਰੀਰ ਵਿੱਚੋਂ ਸਵਾਸ ਖਿੱਚ ਲਏ, ਮਨਾ ਤੂੰ ਮਿੱਟੀ ਦੀ ਢੇਰੀ ਬਣ ਕੇ ਰਹਿ ਜਾਏਗਾ। ਇਸ ਕਰਕੇ ਜਿੰਨਾ ਸਮਾਂ ਪਰਮਾਤਮਾ ਵਾਹਿਗੁਰੂ ਜੀ ਸਵਾਸ ਦੇ ਰਹੇ ਹਨ, ਇਹਨਾਂ ਸਵਾਸਾਂ ਨੂੰ ਸਫਲ ਕਰ। ਸਫਲ ਕਿਵੇਂ ਹੋਣਾ ਹੈ? ਉਹ ਵਾਹਿਗੁਰੂ ਜੀ ਦਾ ਨਾਮ ਜਪ ਕੇ, ਉਹ ਵਾਹਿਗੁਰੂ ਜੀ ਨੂੰ ਯਾਦ ਕਰਕੇ, ਉੱਠਦੇ ਬਹਿੰਦੇ ਚੱਲਦੇ ਫਿਰਦੇ ਸਦਾ ਹੀ ਪਰਮਾਤਮਾ ਦਾ ਨਾਮ ਜਪਿਆ ਕਰੋ, ਵਾਹਿਗੁਰੂ ਜੀ ਨੂੰ ਯਾਦ ਕਰਿਆ ਕਰੋ। ਗੁਰੂ ਵਾਲੇ ਬਣੋ, ਅੰਮ੍ਰਿਤ ਛਕੋ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।